ਇੱਕ ਪਿੰਡ ਵਿੱਚ ਮੋਹਨ ਨਾਮ ਦਾ ਇੱਕ ਲੜਕਾ ਰਹਿੰਦਾ ਸੀ। ਉਹ ਆਪਣੀ ਜ਼ਿੰਦਗੀ ਤੋਂ ਬਹੁਤ ਨਿਰਾਸ਼ ਸੀ। ਉਸ ਦੀ ਨਿਰਾਸ਼ਾ ਦਾ ਕਾਰਨ ਇਹ ਸੀ ਕਿ ਉਹ ਹਾਲੇ ਤੱਕ ਕੋਈ ਵੀ ਕੰਮ ਨਹੀਂ ਕਰਦਾ ਸੀ। ਉਸ ਦੇ ਪਰਿਵਾਰ ਵਾਲੇ ਉਸ ਨੂੰ ਦੂਸਰਿਆਂ ਦੀਆਂ ਉਦਾਹਰਨਾਂ ਦੇ ਕੇ ਤਾਨੇ ਮਾਰਦੇ ਸਨ ਅਤੇ ਕਹਿੰਦੇ ਸਨ ਕਿ ਉਹ ਸਾਰੇ ਤਾਂ ਕਾਮਯਾਬ ਹੋ ਗਏ, ਤੂੰ ਇੱਥੇ ਹੀ ਰਹਿ ਗਿਆ। ਜਦੋਂ ਉਹ ਕਿਤੇ ਬਾਹਰ ਜਾਂਦਾ ਤਾਂ ਲੋਕ ਉਸ ਨੂੰ ਪੁੱਛਦੇ ਕਿ ਤੂੰ ਅੱਜ ਕੱਲ੍ਹ ਕੀ ਕਰ ਰਿਹਾ ਹੈ। ਉਸ ਨੂੰ ਇਹ ਕਹਿਣ ਵਿੱਚ ਸ਼ਰਮ ਆਉਂਦੀ ਕਿ ਉਹ ਹਾਲੇ ਕੁਝ ਨਹੀਂ ਕਰ ਰਿਹਾ, ਕੁਝ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹੌਲੀ-ਹੌਲੀ ਉਸਨੇ ਲੋਕਾਂ ਤੋਂ ਮੂੰਹ ਲੁਕਾਉਣਾ ਸ਼ੁਰੂ ਕਰ ਦਿੱਤਾ। ਉਸ ਦਾ ਦੁੱਖ ਇੰਨਾ ਵੱਡਾ ਸੀ ਕਿ ਉਸ ਨੂੰ ਲੱਗਦਾ ਸੀ ਉਹ ਧਰਤੀ ਉੱਤੇ ਬੋਝ ਹੈ ਅਤੇ ਉਸ ਦੇ ਹੱਥ ਵਿੱਚ ਕੁਝ ਵੀ ਨਹੀਂ ਹੈ। ਉਹ ਕੁਝ ਕਰ ਹੀ ਨਹੀਂ ਸਕਦਾ ਤਾਂ ਉਹ ਜਿਉਂ ਕੇ ਵੀ ਕੀ ਕਰੂਗਾ। ਉਸ ਨੂੰ ਮਰ ਜਾਣਾ ਚਾਹੀਦਾ ਹੈ। ਉਹ ਇਕੱਲਾ ਬੈਠ ਕੇ ਰੋਂਦਾ ਅਤੇ ਪਰਮਾਤਮਾ ਨੂੰ ਦੋਸ਼ ਦਿੰਦਾ। ਇੱਕ ਦਿਨ ਉਸਨੇ ਪਿੰਡ ਵਿੱਚ ਇੱਕ ਗੁਰੂ ਨੂੰ ਦੇਖਿਆ ਜਿਹੜਾ ਦੁੱਖਾਂ ਉੱਤੇ ਆਪਣੇ ਪ੍ਰਵਚਨ ਦੇ ਰਿਹਾ ਸੀ। ਗੁਰੂ ਕਹਿ ਰਿਹਾ ਸੀ ਕਿ ਦੁੱਖ ਇੱਕ ਗੁਰੂ ਦੀ ਤਰ੍ਹਾਂ ਹੁੰਦਾ ਹੈ ਜੋ ਤੁਹਾਨੂੰ ਜੀਵਨ ਦੇ ਬਾਰੇ ਵਿੱਚ ਸਮਝਾਉਂਦਾ ਹੈ ਅਤੇ ਤੁਹਾਨੂੰ ਸਹੀ ਢੰਗ ਨਾਲ ਜਿਉਣ ਦਾ ਤਰੀਕਾ ਦੱਸਦਾ ਹੈ। ਜੇ ਤੁਸੀਂ ਚਾਹੋ ਤਾਂ ਦੁੱਖ ਰੂਪੀ ਗੁਰੂ ਤੋਂ ਆਪਣੇ ਜੀਵਨ ਬਾਰੇ ਸਿੱਖ ਸਕਦੇ ਹੋ ਜਾਂ ਫਿਰ ਦੁੱਖ ਵਿੱਚ ਡੁੱਬ ਕੇ ਇਕੱਲੇ ਬੈਠ ਕੇ ਰੋ ਸਕਦੇ ਹੋ। ਮੋਹਨ ਵੀ ਉੱਥੇ ਬੈਠਾ ਇਹ ਗੱਲਾਂ ਸੁਣ ਰਿਹਾ ਸੀ। ਜਦੋਂ ਉਪਦੇਸ਼ ਖਤਮ ਹੋਇਆ ਤਾਂ ਉਸਨੇ ਗੁਰੂ ਨੂੰ ਕਿਹਾ ਕਿ ਦੁੱਖ ਕੁਝ ਸਿਖਾ ਕੇ ਨਹੀਂ ਜਾਂਦਾ ਬਲਕਿ ਦਰਦ ਦੇ ਕੇ ਜਾਂਦਾ ਹੈ। ਦੁੱਖਾਂ ਦੀ ਪੀੜ ਬਹੁਤ ਜ਼ਿਆਦਾ ਹੁੰਦੀ ਹੈ। ਅਜਿਹਾ ਲੱਗਦਾ ਹੈ ਕਿ ਇਸ ਤੋਂ ਬਾਅਦ ਕੁਝ ਮਿਲਣ ਵਾਲਾ ਨਹੀਂ, ਕੁਝ ਨਹੀਂ ਹੋਣ ਵਾਲਾ। ਮੌਤ ਵੀ ਉਸ ਦੇ ਸਾਹਮਣੇ ਘੱਟ ਲੱਗਦੀ ਹੈ। ਗੁਰੂ ਨੇ ਪੁੱਛਿਆ, ਕੀ ਦੁੱਖ ਹੈ ਤੈਨੂੰ? ਮੋਹਨ ਨੇ ਆਪਣੀ ਸਾਰੀ ਪਰੇਸ਼ਾਨੀ ਗੁਰੂ ਨੂੰ ਦੱਸ ਦਿੱਤੀ ਅਤੇ ਕਿਹਾ ਕਿ ਮੇਰੇ ਦੁੱਖ ਦਾ ਤੁਹਾਡੇ ਕੋਲ ਕੋਈ ਹੱਲ ਨਹੀਂ ਹੈ। ਗੁਰੂ ਜੀ ਨੇ ਮੁਸਕਰਾ ਕੇ ਕਿਹਾ ਕਿ ਜਦੋਂ ਤੇਰੇ ਜੀਵਨ ਵਿੱਚ ਅਸਲੀ ਦੁੱਖ ਆਵੇ ਉਸ ਸਮੇਂ ਹੀ ਮੇਰੇ ਕੋਲ ਆਈ, ਮੈਂ ਉਸ ਦਾ ਹੱਲ ਜ਼ਰੂਰ ਕਰਾਂਗਾ। ਇਹ ਕਹਿ ਕੇ ਗੁਰੂ ਜੀ ਉੱਥੋਂ ਚਲੇ ਗਏ। ਮੋਹਨ ਨੇ ਸੋਚਿਆ ਕਿ ਕੀ ਮੇਰਾ ਦੁੱਖ ਅਸਲੀ ਨਹੀਂ ਹੈ? ਕਿ ਜਿਹੜਾ ਦੁੱਖ ਮੈਂ ਝੱਲ ਰਿਹਾ ਹਾਂ ਅਸਲੀ ਨਹੀਂ ਹੈ? ਕੋਈ ਵੀ ਮੇਰੇ ਦਿਲ ਦਾ ਦਰਦ ਨਹੀਂ ਸਮਝਦਾ। ਜਦੋਂ ਮੇਰੇ ਪਰਿਵਾਰ ਵਾਲੇ ਹੀ ਮੇਰਾ ਦੁੱਖ ਨਹੀਂ ਸਮਝਦੇ ਫਿਰ ਗੁਰੂ ਕਿਉਂ ਸਮਝੇਗਾ? ਆਪਣੇ ਦੁੱਖਾਂ ਤੋਂ ਪਰੇਸ਼ਾਨ ਹੋ ਕੇ ਮੋਹਨ ਨੇ ਇੱਕ ਫੈਸਲਾ ਕੀਤਾ ਕਿ ਉਹ ਕੁਝ ਕਰਕੇ ਦਿਖਾਵੇਗਾ। ਉਸਨੇ ਇੱਕ ਛੋਟਾ ਜਿਹਾ ਵਪਾਰ ਕੀਤਾ। ਉਸ ਨੂੰ ਉਸ ਦੇ ਵਪਾਰ ਵਿੱਚ ਸਫਲਤਾ ਨਹੀਂ ਮਿਲ ਰਹੀ ਸੀ ਪਰ ਉਸ ਦੇ ਪਰਿਵਾਰ ਵਾਲੇ ਬਹੁਤ ਖੁਸ਼ ਸਨ ਕਿ ਚਲੋ ਉਹ ਕੁਝ ਤਾਂ ਕਰ ਰਿਹਾ ਹੈ। ਹੌਲੀ-ਹੌਲੀ ਉਸ ਨੂੰ ਸਫਲਤਾ ਮਿਲਣ ਲੱਗੀ ਅਤੇ ਫਿਰ ਉਸਨੇ ਰਫ਼ਤਾਰ ਫੜ ਲਈ। ਇਹ 2 ਸਾਲਾਂ ਦੇ ਵਿੱਚ ਹੀ ਇੱਕ ਵੱਡਾ ਵਪਾਰੀ ਬਣ ਗਿਆ। ਹੁਣ ਉਸ ਦੇ ਆਲੇ ਦੁਆਲੇ ਕਾਫੀ ਲੋਕ ਸਨ ਜਿਹੜੇ ਉਸ ਨੂੰ ਪਸੰਦ ਕਰਦੇ ਸਨ, ਜਿਹੜੇ ਉਸ ਦੀ ਚਿੰਤਾ ਕਰਦੇ ਸਨ, ਜਿਹੜੇ ਉਸ ਦੇ ਕੰਮਾਂ ਦੀ ਤਾਰੀਫ ਕਰਦੇ ਸਨ। ਉਸ ਦੇ ਮਾਤਾ-ਪਿਤਾ ਵੀ ਆਪਣੇ ਬੇਟੇ ਦੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ ਸਨ। ਉਸ ਦੇ ਮਿੱਤਰਾਂ ਦੀ ਸੰਖਿਆ ਹਰ ਰੋਜ਼ ਵੱਧਦੀ ਹੀ ਜਾਂਦੀ ਸੀ ਅਤੇ ਉਹ ਬਹੁਤ ਖੁਸ਼ ਸੀ। ਫਿਰ ਉਸ ਦੇ ਕੁਝ ਦੋਸਤਾਂ ਨੇ ਉਸ ਨੂੰ ਸਲਾਹ ਦਿੱਤੀ ਕਿ ਉਸ ਨੂੰ ਆਪਣਾ ਵਪਾਰ ਹੁਣ ਹੋਰ ਵੱਡਾ ਕਰ ਲੈਣਾ ਚਾਹੀਦਾ ਹੈ। ਜਦੋਂ ਤੂੰ ਵੱਡਾ ਵਪਾਰੀ ਬਣ ਕੇ ਇੰਨਾ ਖੁਸ਼ ਹੈ ਤਾਂ ਸੋਚ, ਜਦੋਂ ਤੂੰ ਇਸ ਰਾਜ ਦਾ ਸਭ ਤੋਂ ਵੱਡਾ ਵਪਾਰੀ ਬਣ ਜਾਵੇਂਗਾ ਉਦੋਂ ਕਿੰਨਾ ਸੁੱਖ ਹੋਵੇਗਾ ਤੇਰੇ ਕੋਲ, ਕਿੰਨੇ ਲੋਕ ਤੇਰੇ ਨਾਲ ਜੁੜਨਗੇ, ਤੇਰਾ ਕਿੰਨਾ ਨਾਮ ਹੋਵੇਗਾ ਆਲੇ ਦੁਆਲੇ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ। ਖੁਦ ਰਾਜਾ ਵੀ ਤੇਰੀ ਤਾਰੀਫ ਕਰੂਗਾ ਅਤੇ ਲੋੜ ਪੈਣ ਤੇ ਤੇਰੇ ਤੋਂ ਹੀ ਧਨ ਉਧਾਰ ਲਵੇਗਾ। ਇਹ ਗੱਲ ਮੋਹਨ ਦੇ ਮਨ ਵਿੱਚ ਬੈਠ ਗਈ ਅਤੇ ਹੁਣ ਉਹ ਹੋਰ ਜ਼ਿਆਦਾ ਮਿਹਨਤ ਕਰਨ ਲੱਗ ਗਿਆ। ਪਰ ਉਸ ਨੂੰ ਇਹ ਸਭ ਕੁਝ ਬਹੁਤ ਜਲਦੀ ਚਾਹੀਦਾ ਸੀ। ਜ਼ਿਆਦਾ ਸਮਾਂ ਉਹ ਇਸ ਤੇ ਬਰਬਾਦ ਨਹੀਂ ਕਰਨਾ ਚਾਹੁੰਦਾ ਸੀ। ਇਸੇ ਲਈ ਉਸਨੇ ਕੁਝ ਅਜਿਹੇ ਕੰਮ ਕੀਤੇ ਜਿਹੜੇ ਠੀਕ ਨਹੀਂ ਸਨ। ਉਸਨੇ ਬਹੁਤ ਵੱਡੀ ਮਾਤਰਾ 'ਚ ਧਨ ਉਧਾਰ ਲੈ ਲਿਆ ਅਤੇ ਉਹ ਇੱਥੇ ਹੀ ਨਹੀਂ ਰੁਕਿਆ। ਉਸ ਦਾ ਮੁਨਾਫਾ ਕਮਾਉਣ ਦੇ ਚੱਕਰਾਂ ਵਿੱਚ ਉਸਨੇ ਆਪਣੇ ਮਾਲ ਦੀ ਗੁਣਵੱਤਾ ਘੱਟ ਕਰ ਦਿੱਤੀ। ਉਸ ਦੇ ਮਿੱਤਰ ਉਸ ਨੂੰ ਜਿਵੇਂ ਕਹਿੰਦੇ ਸਨ ਉਹ ਉਦਾਂ ਹੀ ਕਰਦਾ ਰਿਹਾ। ਉਸਨੇ ਦੂਜੇ ਵਪਾਰੀਆਂ ਦੇ ਖਿਲਾਫ ਛੜਯੰਤਰ ਰਚਨੇ ਵੀ ਸ਼ੁਰੂ ਕਰ ਦਿੱਤੇ। ਹੁਣ ਉਸ ਦੇ ਜੀਵਨ ਦਾ ਸਕੂਨ ਕਿਤੇ ਚਲਾ ਗਿਆ ਸੀ। ਹੁਣ ਉਸ ਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਸੀ। ਉਹ ਹਮੇਸ਼ਾ ਕੁਝ ਨਾ ਕੁਝ ਸੋਚਦਾ ਹੀ ਰਹਿੰਦਾ ਸੀ। ਸੁੱਖ ਸੁਵਿਧਾ ਦੀਆਂ ਸਾਰੀਆਂ ਚੀਜ਼ਾਂ ਹੋਣ ਦੇ ਬਾਵਜੂਦ ਵੀ ਉਸ ਨੂੰ ਕਿਸੇ ਚੀਜ਼ ਵਿੱਚ ਸੁੱਖ ਨਹੀਂ ਮਿਲ ਰਿਹਾ ਸੀ।
ਇੱਕ ਦਿਨ ਮੋਹਨ ਆਪਣੇ ਰਥ ਤੇ ਬੈਠ ਕੇ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਉਸਨੇ ਉਸ ਗੁਰੂ ਦਾ ਆਸ਼ਰਮ ਦੇਖਿਆ। ਉਹ ਗੁਰੂ ਜੀ ਦੇ ਕੋਲ ਪਹੁੰਚਿਆ ਤੇ ਕਹਿਣ ਲੱਗਾ, ਗੁਰੂ ਜੀ, ਤੁਸੀਂ ਮੈਨੂੰ ਕਿਹਾ ਸੀ ਕਿ ਜੇ ਅਸਲੀ ਦੁੱਖ ਹੋਵੇ ਤਾਂ ਹੀ ਮੇਰੇ ਕੋਲ ਆਈ। ਮੇਰੇ ਜੀਵਨ ਵਿੱਚ ਬਹੁਤ ਦੁੱਖ ਹੈ, ਮੈਂ ਰਾਤਾਂ ਨੂੰ ਸੌਂ ਨਹੀਂ ਪਾਉਂਦਾ। ਮੋਹਨ ਗੁਰੂ ਜੀ ਨੂੰ ਆਪਣੀ ਸਾਰੀ ਗੱਲ ਦੱਸਦਾ ਹੈ। ਗੁਰੂ ਜੀ ਨੇ ਕਿਹਾ, ਜਦੋਂ ਤੂੰ ਪਹਿਲੀ ਵਾਰ ਮਿਲਿਆ ਸੀ ਉਦੋਂ ਵੀ ਤੂੰ ਕਿਸੇ ਦੁੱਖ ਵਿੱਚ ਸੀ। ਉਸ ਦੁੱਖ ਤੋਂ ਤੂੰ ਕੀ ਸਿੱਖਿਆ ਹੈ? ਮੋਹਨ ਨੇ ਕਿਹਾ, ਮੈਂ ਸਿੱਖਿਆ ਕਿ ਸਿਰਫ ਸੋਚਣ ਨਾਲ ਕੁਝ ਨਹੀਂ ਹੁੰਦਾ। ਆਪਣੀ ਸੋਚ ਨੂੰ ਸਾਕਾਰ ਕਰਨ ਲਈ ਕੰਮ ਕਰਨਾ ਪੈਂਦਾ ਹੈ ਅਤੇ ਸਿਰਫ ਕੰਮ ਕਰਨ ਨਾਲ ਹੀ ਕੁਝ ਨਹੀਂ ਹੁੰਦਾ। ਕੰਮ ਨੂੰ ਆਖਰੀ ਪੜਾਅ ਤੱਕ ਲੈ ਕੇ ਜਾਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਭਾਵੇਂ ਰਾਸਤੇ ਵਿੱਚ ਕਿੰਨੀਆਂ ਵੀ ਰੁਕਾਵਟਾਂ ਆਉਣ, ਕਿੰਨੀ ਵੀ ਤਕਲੀਫ ਹੋਵੇ, ਭਾਵੇਂ ਇਹ ਕਿਉਂ ਨਾ ਲੱਗੇ ਕਿ ਹੁਣ ਕੁਝ ਨਹੀਂ ਹੋਵੇਗਾ, ਤਾਂ ਵੀ ਇਹ ਸੋਚ ਕੇ ਕਿ ਜਿਹੜਾ ਕੰਮ ਮੈਂ ਕਰ ਰਿਹਾ ਹਾਂ ਮੈਂ ਇਸ ਵਿੱਚ ਸਫਲ ਹੋ ਕੇ ਹੀ ਰਹਾਂਗਾ, ਕੰਮ ਕਰਦੇ ਰਹਿਣਾ ਚਾਹੀਦਾ ਹੈ। ਲੋਕ ਸਿਰਫ ਸਫਲ ਆਦਮੀ ਨੂੰ ਹੀ ਮਹੱਤਵ ਦਿੰਦੇ ਹਨ। ਹੋਰ ਕੋਈ ਵੀ ਭਾਵੇਂ ਕਿੰਨਾ ਵੀ ਚੰਗਾ ਕਿਉਂ ਨਾ ਹੋਵੇ, ਇਸ ਦੁਨੀਆ ਦੇ ਲਈ ਬੋਝ ਹੀ ਕਹਾਉਂਦਾ ਹੈ। ਗੁਰੂ ਜੀ ਮੁਸਕਰਾਏ ਅਤੇ ਕਿਹਾ, ਜਦੋਂ ਤੇਰੇ ਜੀਵਨ ਵਿੱਚ ਅਸਲੀ ਦੁੱਖ ਆਵੇ ਉਦੋਂ ਮੇਰੇ ਕੋਲ ਆਵੀਂ, ਮੈਂ ਉਸ ਦਾ ਹੱਲ ਜ਼ਰੂਰ ਕਰਾਂਗਾ। ਮੋਹਨ ਫਿਰ ਬਹੁਤ ਹੈਰਾਨ ਹੋਇਆ ਕਿ ਇਹ ਦੁੱਖ ਕੋਈ ਦੁੱਖ ਨਹੀਂ ਹੈ, ਅਸਲ ਦੁੱਖ ਹੋਰ ਹੁੰਦਾ ਕਿਹੜਾ ਹੈ? ਪਰ ਉਸਨੇ ਕੁਝ ਨਹੀਂ ਬੋਲਿਆ। ਮੋਹਨ ਨੇ ਗੁਰੂ ਜੀ ਨੂੰ ਇੱਕ ਘੜਾ ਭੇਂਟ ਕੀਤਾ ਜਿਹੜਾ ਸੋਨੇ ਦੇ ਸਿੱਕਿਆਂ ਨਾਲ ਭਰਿਆ ਹੋਇਆ ਸੀ। ਘੜੇ ਨੂੰ ਦੇਖ ਕੇ ਗੁਰੂ ਜੀ ਨੇ ਕਿਹਾ ਕਿ ਇਸ ਘੜੇ ਨੂੰ ਉਸ ਦਰਖਤ ਦੇ ਹੇਠਾਂ ਟੋਆ ਪੁੱਟ ਕੇ ਦੱਬ ਆਓ। ਇਹ ਘੜਾ ਮੇਰੇ ਕਿਸੇ ਕੰਮ ਦਾ ਨਹੀਂ ਹੈ। ਮੋਹਨ ਨੇ ਇਦਾਂ ਹੀ ਕੀਤਾ ਅਤੇ ਉਹ ਉੱਥੋਂ ਚਲਾ ਗਿਆ। ਹੌਲੀ ਹੌਲੀ ਮੋਹਨ ਨੂੰ ਵਪਾਰ ਵਿੱਚ ਘਾਟਾ ਪੈਣ ਲੱਗਾ। ਉਸ ਦੀ ਧਨ ਸੰਪਤੀ ਹੌਲੀ ਹੌਲੀ ਘਟਣ ਲੱਗੀ ਅਤੇ ਇੱਕ ਸਮਾਂ ਅਜਿਹਾ ਆਇਆ ਕਿ ਉਸ ਉੱਤੇ ਬਹੁਤ ਕਰਜ਼ਾ ਚੜ ਗਿਆ। ਪਰ ਉਹ ਨਿਸ਼ਚਿੰਤ ਸੀ ਕਿਉਂਕਿ ਕਰਜ਼ਾ ਉਸ ਦੇ ਮਿੱਤਰਾਂ ਵੱਲੋਂ ਹੀ ਉਸ ਨੂੰ ਦਿੱਤਾ ਗਿਆ ਸੀ। ਉਹ ਸੋਚਦਾ ਸੀ ਕਿ ਉਸ ਦੇ ਮਿੱਤਰ ਉਸ ਦੇ ਬੁਰੇ ਸਮੇਂ ਵਿੱਚ ਉਸ ਦਾ ਸਾਥ ਦੇਣਗੇ, ਪਰ ਅਜਿਹਾ ਕੁਝ ਵੀ ਨਹੀਂ ਹੋਇਆ। ਸਭ ਤੋਂ ਪਹਿਲਾਂ ਉਸ ਦੇ ਮਿੱਤਰਾਂ ਨੇ ਹੀ ਆਪਣਾ ਧਨ ਉਸ ਤੋਂ ਮੰਗਣਾ ਸ਼ੁਰੂ ਕਰ ਦਿੱਤਾ ਅਤੇ ਨਾ ਦੇਣ ਦੀ ਹਾਲਤ ਵਿੱਚ ਉਸ ਨੂੰ ਜਾਨੋਂ ਮਾਰਨ ਤੱਕ ਦੀ ਧਮਕੀ ਦੇ ਦਿੱਤੀ। ਉਸ ਦੇ ਸ਼ੁਭ ਚਿੰਤਕ, ਉਸ ਨੂੰ ਮਿਲਣ ਵਾਲੇ ਸਾਰੇ ਉਸ ਤੋਂ ਦੂਰ ਹੁੰਦੇ ਗਏ। ਉਸ ਦਾ ਪਿਤਾ ਉਸ ਨੂੰ ਉਸ ਦੀਆਂ ਗਲਤੀਆਂ ਗਿਣਵਾਉਣ ਲੱਗਾ। ਉਸ ਦੀ ਸਾਰੀ ਸੰਪਤੀ ਨਿਲਾਮ ਹੋ ਗਈ। ਉਸ ਦੇ ਕੋਲ ਕੁਝ ਨਹੀਂ ਬਚਿਆ ਸੀ। ਉਸ ਨੇ ਆਪਣੇ ਪਿਤਾ ਤੋਂ ਸਹਾਇਤਾ ਮੰਗੀ। ਪਿਤਾ ਨੇ ਕਿਹਾ ਕਿ ਮੇਰੇ ਕੋਲ ਤਾਂ ਇਹ ਥੋੜੀ ਜਿਹੀ ਸੰਪਤੀ ਹੈ, ਜੇ ਮੈਂ ਤੈਨੂੰ ਇਹ ਵੀ ਦੇ ਦਿੱਤੀ ਤਾਂ ਮੈਂ ਤੇਰੀ ਮਾਂ ਨੂੰ ਕਿੱਥੇ ਰੱਖਾਂਗਾ? ਸਾਡਾ ਸਹਾਰਾ ਬਸ ਇਹੀ ਸੰਪਤੀ ਹੈ ਬੇਟਾ। ਉਸ ਦੇ ਜੀਵਨ ਵਿੱਚ ਬਹੁਤ ਗਹਿਰਾ ਦੁੱਖ ਸੀ। ਉਸ ਦੇ ਆਲੇ ਦੁਆਲੇ ਕੋਈ ਵੀ ਅਜਿਹਾ ਨਹੀਂ ਸੀ ਜਿਹੜਾ ਉਸ ਨੂੰ ਸੰਭਾਲ ਸਕੇ। ਉਹ ਧੋਖੇ ਦੀ ਵਜ੍ਹਾ ਕਰਕੇ ਬਿਲਕੁਲ ਟੁੱਟ ਗਿਆ ਸੀ। ਲੱਗ ਰਿਹਾ ਸੀ ਕਿ ਉਹ ਜਿਉਣ ਦਾ ਕੋਈ ਮਤਲਬ ਹੀ ਨਹੀਂ, ਮੌਤ ਹੀ ਇੱਕ ਮਾਤਰ ਸਹਾਰਾ ਹੈ। ਉਹ ਮਰਨ ਦੇ ਲਈ ਇੱਕ ਪਹਾੜ ਵੱਲ ਜਾ ਹੀ ਰਿਹਾ ਸੀ ਕਿ ਅਚਾਨਕ ਉਸ ਨੂੰ ਯਾਦ ਆਇਆ ਕਿ ਗੁਰੂ ਨੇ ਕਿਹਾ ਸੀ ਕਿ ਜਦੋਂ ਉਸ ਦੇ ਜੀਵਨ ਵਿੱਚ ਅਸਲੀ ਦੁੱਖ ਆਵੇ ਤਾਂ ਉਹ ਉਸ ਦੇ ਕੋਲ ਚਲਾ ਆਵੇ। ਉਹ ਉਸ ਦੇ ਦੁੱਖ ਦਾ ਹੱਲ ਜ਼ਰੂਰ ਕਰ ਦੇਣਗੇ। ਮੋਹਨ ਗੁਰੂ ਜੀ ਦੇ ਕੋਲ ਗਿਆ। ਉਸਨੇ ਗੁਰੂ ਨੂੰ ਸਾਰੀ ਗੱਲ ਦੱਸੀ ਅਤੇ ਕਿਹਾ ਕਿ ਮੇਰੇ ਦੁੱਖਾਂ ਦਾ ਹੱਲ ਕਰੋ ਗੁਰੂ ਜੀ। ਗੁਰੂ ਨੇ ਕਿਹਾ, ਜਦੋਂ ਤੇਰੇ ਜੀਵਨ ਵਿੱਚ ਅਸਲੀ ਦੁੱਖ ਆਵੇ ਉਦੋਂ ਹੀ ਮੇਰੇ ਕੋਲ ਆਈ, ਮੈਂ ਉਸ ਦਾ ਹੱਲ ਜ਼ਰੂਰ ਕਰ ਦੇਵਾਂਗਾ। ਮੋਹਨ ਨੇ ਕਿਹਾ, ਅਸਲੀ ਦੁੱਖ, ਅਸਲੀ ਦੁੱਖ ਕੀ ਹੁੰਦਾ ਹੈ? ਇਹ ਅਸਲੀ ਦੁੱਖ ਗੁਰੂ ਜੀ, ਮੇਰੇ ਜੀਵਨ ਵਿੱਚ ਜੋ ਹੋ ਰਿਹਾ ਹੈ ਇਹ ਦੁੱਖ ਨਹੀਂ ਹੈ। ਗੁਰੂ ਨੇ ਕਿਹਾ ਕਿ ਪਹਿਲਾਂ ਇਹ ਦੱਸੋ ਕਿ ਤੂੰ ਆਪਣੇ ਇਸ ਦੁੱਖ ਤੋਂ ਸਿੱਖਿਆ ਕੀ ਹੈ? ਮੋਹਨ ਨੇ ਕਿਹਾ ਕਿ ਜਿਹੜੇ ਲੋਕ ਤੁਹਾਡੀ ਤਰੱਕੀ ਦੇ ਪਿੱਛੇ ਤੁਹਾਡੇ ਨਾਲ ਆਏ ਹਨ ਉਹ ਤੁਹਾਨੂੰ ਧੋਖਾ ਦੇਣਗੇ, ਕਿਉਂਕਿ ਬੁਰੇ ਸਮੇਂ ਵਿੱਚ ਉਹ ਤੁਹਾਡਾ ਸਾਥ ਨਹੀਂ ਦੇਣਗੇ ਬਲਕਿ ਫਾਇਦਾ ਉਠਾਉਣਗੇ। ਭਰੋਸਾ ਕੇਵਲ ਉਹਨਾਂ ਲੋਕਾਂ ਤੇ ਕਰਨਾ ਚਾਹੀਦਾ ਹੈ ਜਿਹੜੇ ਤੁਹਾਡੇ ਬੁਰੇ ਸਮੇਂ ਵਿੱਚ, ਅਸਫਲਤਾ ਦੇ ਸਮੇਂ ਵਿੱਚ ਤੁਹਾਡੇ ਨਾਲ ਖੜੇ ਰਹੇ ਹੋਣ, ਅਤੇ ਅਜਿਹੇ ਲੋਕ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ ਗੁਰੂ ਜੀ। ਜਿਨ੍ਹਾਂ ਨੂੰ ਇਹ ਮਿਲਦੇ ਹਨ ਉਹਨਾਂ ਨੂੰ ਹਮੇਸ਼ਾ ਉਹਨਾਂ ਦੀ ਕਦਰ ਕਰਨੀ ਚਾਹੀਦੀ ਹੈ। ਕਦੇ ਕਿਸੇ ਦੇ ਖਿਲਾਫ ਛੜਯੰਤਰ ਨਹੀਂ ਰਚਣਾ ਚਾਹੀਦਾ। ਇਮਾਨਦਾਰੀ ਅਤੇ ਸਬਰ ਨਾਲ ਕੰਮ ਕਰਨਾ ਚਾਹੀਦਾ ਹੈ। ਲਾਲਚ ਨਹੀਂ ਕਰਨਾ ਚਾਹੀਦਾ।
ਗੁਰੂ ਜੀ ਨੇ ਦਰਖਤ ਹੇਠੋਂ ਟੋਆ ਪੱਟ ਕੇ ਘੜਾ ਕੱਢਿਆ ਜਿਹੜਾ ਸੋਨੇ ਦੇ ਸਿੱਕਿਆਂ ਨਾਲ ਭਰਿਆ ਹੋਇਆ ਸੀ ਅਤੇ ਉਹ ਘੜਾ ਮੋਹਨ ਨੂੰ ਦੇ ਦਿੱਤਾ ਅਤੇ ਕਿਹਾ ਕਿ ਜਦੋਂ ਅਸਲੀ ਦੁੱਖ ਆਵੇ ਉਦੋਂ ਹੀ ਮੇਰੇ ਕੋਲ ਆਵੀਂ। ਮੋਹਨ ਨੂੰ ਉਸ ਘੜੇ ਤੋਂ ਥੋੜੀ ਉਮੀਦ ਮਿਲੀ। ਉਸਨੇ ਗੁਰੂ ਜੀ ਦਾ ਧੰਨਵਾਦ ਕੀਤਾ ਅਤੇ ਘੜਾ ਲੈ ਕੇ ਉੱਥੋਂ ਚਲਾ ਗਿਆ। ਉਸ ਧਨ ਨਾਲ ਉਸਨੇ ਦੁਬਾਰਾ ਵਪਾਰ ਸ਼ੁਰੂ ਕੀਤਾ ਅਤੇ ਹੁਣ ਉਹ ਛੋਟਾ ਜਿਹਾ ਵਪਾਰੀ ਬਣ ਕੇ ਵੀ ਖੁਸ਼ ਸੀ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਹੋਏ ਉਹ ਫੇਰ ਤੋਂ ਇੱਕ ਵੱਡਾ ਵਪਾਰੀ ਬਣ ਗਿਆ। ਹਾਲਾਂਕਿ ਇਸ ਵਿੱਚ ਉਸ ਨੂੰ ਕੁਝ ਸਮਾਂ ਜ਼ਰੂਰ ਲੱਗਾ, ਪਰ ਹੁਣ ਉਹ ਖੁਸ਼ ਸੀ। ਉਸ ਦਾ ਜੀਵਨ ਖੁਸ਼ੀਆਂ ਨਾਲ ਭਰਿਆ ਪਿਆ ਸੀ। ਪਰ ਤੁਸੀਂ ਕਿੰਨੇ ਵੀ ਚੰਗੇ ਹੋ, ਕਿੰਨਾ ਵੀ ਚੰਗਾ ਕੰਮ ਕਰਦੇ ਹੋ, ਦਾਨ ਪੁੰਨ ਕਰਦੇ ਹੋ, ਲੋਕਾਂ ਦੀ ਮਦਦ ਕਰਦੇ ਹੋ, ਜੀਵਨ ਵਿੱਚ ਦੁੱਖ ਸਭ ਦੇ ਆਉਂਦਾ ਹੈ। ਤਾਂ ਮੋਹਨ ਦੇ ਜੀਵਨ ਵਿੱਚ ਵੀ ਫੇਰ ਤੋਂ ਦੁੱਖ ਆਇਆ। ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ। ਉਹ ਦੋਵੇਂ ਇੱਕੋ ਦਿਨ ਹੀ ਮਰ ਗਏ। ਮੋਹਨ ਆਪਣੇ ਮਾਤਾ-ਪਿਤਾ ਨਾਲ ਬਹੁਤ ਪਿਆਰ ਕਰਦਾ ਸੀ, ਇਸੇ ਲਈ ਉਸ ਨੂੰ ਬਹੁਤ ਗਹਿਰਾ ਦੁੱਖ ਹੋਇਆ। ਉਹ ਉਹਨਾਂ ਨੂੰ ਸ਼ਮਸ਼ਾਨ ਘਾਟ ਲੈ ਗਿਆ ਅਤੇ ਮੋਹਨ ਨੇ ਜਦੋਂ ਉਹਨਾਂ ਨੂੰ ਚਿਤਾ ਵਿੱਚ ਮੱਚਦੇ ਹੋਏ ਦੇਖਿਆ ਤਾਂ ਉਸ ਦਾ ਮਨ ਬੇਚੈਨ ਹੋ ਗਿਆ। ਉਸ ਦੇ ਮਨ ਵਿੱਚ ਹਜ਼ਾਰਾਂ ਸਵਾਲ ਖੜੇ ਹੋ ਗਏ। ਉਹ ਘਰ ਵਾਪਸ ਆਇਆ ਤਾਂ ਉਸਨੇ ਆਪਣੇ ਮਾਤਾ-ਪਿਤਾ ਦੀ ਸੰਪਤੀ ਨੂੰ ਦੇਖਿਆ, ਜਿਸ ਦੇ ਲਈ ਉਹ ਹਮੇਸ਼ਾ ਲੜਦੇ ਰਹਿੰਦੇ ਸਨ। ਅੱਜ ਉਹ ਲਵਾਰਸ ਦੀ ਤਰ੍ਹਾਂ ਪਈ ਸੀ। ਉਸ ਦੀ ਦੇਖ-ਰੇਖ ਕਰਨ ਵਾਲਾ ਕੋਈ ਨਹੀਂ ਸੀ। ਉਸ ਦੇ ਪਿਤਾ ਨੇ ਜੋ ਵੀ ਇਕੱਠਾ ਕੀਤਾ ਸੀ ਉਹ ਇੱਥੇ ਹੀ ਰਹਿ ਗਿਆ ਸੀ। ਇੱਕ ਦਿਨ ਪਹਿਲਾਂ ਤੱਕ ਵੀ ਉਹ ਆਪਣੀ ਸੰਪਤੀ ਦੇ ਲਈ ਕਿਸੇ ਨਾਲ ਵੀ ਲੜਨ ਨੂੰ ਤਿਆਰ ਸਨ, ਪਰ ਅੱਜ ਸਭ ਕੁਝ ਖਤਮ ਹੋ ਚੁੱਕਿਆ ਸੀ। ਉਸ ਦਾ ਮਨ ਬਹੁਤ ਬੇਚੈਨ ਹੋ ਰਿਹਾ ਸੀ। ਲੱਗ ਰਿਹਾ ਸੀ ਕਿ ਜਿਵੇਂ ਕੁਝ ਖਾਲੀਪਣ ਜਿਹਾ ਹੈ, ਕੁਝ ਇਕੱਲਾਪਣ ਜਿਹਾ ਮਹਿਸੂਸ ਹੋ ਰਿਹਾ ਸੀ। ਕੋਈ ਡਰ ਹੈ, ਕੁਝ ਹੈ ਜਿਹੜਾ ਸਮਝ ਨਹੀਂ ਆ ਰਿਹਾ। ਇਸੇ ਲਈ ਉਹ ਗੁਰੂ ਕੋਲ ਪਹੁੰਚਿਆ। ਗੁਰੂ ਨੇ ਮੋਹਨ ਨੂੰ ਦੇਖਦੇ ਹੀ ਕਿਹਾ ਕਿ ਕੀ ਕੋਈ ਦੁੱਖ ਹੈ? ਮੋਹਨ ਨੇ ਕਿਹਾ ਕਿ ਜੀਵਨ ਵਿੱਚ ਉਂਝ ਤਾਂ ਕੋਈ ਦੁੱਖ ਨਹੀਂ ਹੈ ਗੁਰੂ ਜੀ, ਸਭ ਠੀਕ ਹੀ ਹੈ, ਪਰ ਅੱਜ ਮੇਰੇ ਮਾਤਾ-ਪਿਤਾ ਦੀ ਮੌਤ ਹੋ ਗਈ ਅਤੇ ਮੇਰਾ ਮਨ ਬਹੁਤ ਦੁਖੀ ਹੈ। ਗੁਰੂ ਨੇ ਕਿਹਾ ਕਿ ਇਸ ਵਿੱਚ ਦੁਖੀ ਹੋਣ ਵਾਲੀ ਕਿਹੜੀ ਗੱਲ ਹੈ? ਇੱਕ ਦਿਨ ਤਾਂ ਸਾਰਿਆਂ ਨੇ ਹੀ ਮਰਨਾ ਹੈ। ਸਦਾ ਲਈ ਜਿਉਂਦਾ ਤਾਂ ਇੱਥੇ ਕੋਈ ਨਹੀਂ ਰਿਹਾ, ਨਾ ਕੋਈ ਰਹੂਗਾ। ਤੂੰ ਵੀ ਇੱਕ ਦਿਨ ਤਾਂ ਮਰਨਾ ਹੀ ਹੈ। ਹੋ ਸਕਦਾ ਕੱਲ ਜਾਂ ਅੱਜ, ਜਾਂ ਹੋ ਸਕਦਾ ਹੁਣ ਵੀ ਤੂੰ ਮਰ ਸਕਦਾ ਹੈ। ਮੋਹਨ ਨੇ ਕਿਹਾ ਕਿ ਗੁਰੂ ਜੀ, ਤੁਸੀਂ ਇਹ ਕੀ ਕਹਿ ਰਹੇ ਹੋ? ਮੈਂ ਵੀ ਮਰ ਜਾਵਾਂਗਾ? ਮੈਂ ਤਾਂ ਹਾਲੇ ਜਵਾਨ ਹਾਂ। ਗੁਰੂ ਨੇ ਕਿਹਾ, ਬੇਟਾ, ਇਸ ਭਰਮ ਵਿੱਚ ਨਾ ਰਹੀਂ ਕਿ ਮੌਤ ਸਿਰਫ ਬੁੱਢੇ ਲੋਕਾਂ ਨੂੰ ਹੀ ਆਉਂਦੀ ਹੈ। ਬੁੱਢਿਆਂ ਦੇ ਸਾਹਮਣੇ ਜਵਾਨ ਮਰ ਜਾਂਦੇ ਹਨ, ਬੱਚੇ ਮਰ ਜਾਂਦੇ ਹਨ। ਮੌਤ ਦਾ ਕਿਸੇ ਦੀ ਉਮਰ ਨਾਲ ਕੋਈ ਲੈਣ ਦੇਣ ਨਹੀਂ ਹੈ। ਗੁਰੂ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਮੋਹਨ ਉੱਥੋਂ ਚੁੱਪਚਾਪ ਚਲਾ ਗਿਆ, ਪਰ ਉਸ ਦਾ ਮਨ ਜਿਵੇਂ ਬੇਚੈਨ ਜਿਹਾ ਹੋ ਗਿਆ ਸੀ। ਕੁਝ ਖਾਲੀਪਣ ਜਿਹਾ ਮਹਿਸੂਸ ਕਰ ਰਿਹਾ ਸੀ। ਦਿਨ ਰਾਤ ਉਹ ਆਪਣੇ ਬਾਰੇ 'ਚ ਹੀ ਸੋਚਦਾ ਰਹਿੰਦਾ ਕਿ ਉਹ ਕੀ ਕਰ ਰਿਹਾ ਹੈ, ਉਹ ਕੀ ਹੈ, ਕਿਉਂ ਹੈ, ਕਿਵੇਂ ਹੈ, ਅਸੀਂ ਕੀ ਹਾਂ, ਅਸੀਂ ਕੀ ਕਰਨ ਆਏ ਹਾਂ ਇੱਥੇ? ਕਿ ਬਸ ਚੀਜ਼ਾਂ ਦਾ ਉਪਭੋਗ ਕਰਨਾ ਅਤੇ ਮਰ ਜਾਣਾ ਹੀ ਜੀਵਨ ਦਾ ਅਸਲੀ ਮਤਲਬ ਹੁੰਦਾ ਹੈ? ਉਸ ਨੂੰ ਕੋਈ ਜਵਾਬ ਨਹੀਂ ਮਿਲ ਰਿਹਾ ਸੀ ਅਤੇ ਉਸ ਦਾ ਦੁੱਖ ਵੱਧਦਾ ਹੀ ਜਾ ਰਿਹਾ ਸੀ। ਕੁਝ ਦਿਨਾਂ ਬਾਅਦ ਉਹ ਵਾਪਸ ਗੁਰੂ ਦੇ ਕੋਲ ਆ ਗਿਆ ਅਤੇ ਗੁਰੂ ਨੂੰ ਸਾਰੀ ਗੱਲ ਦੱਸ ਦਿੱਤੀ। ਗੁਰੂ ਜੀ ਮੁਸਕਰਾਏ ਅਤੇ ਕਿਹਾ ਕਿ ਅੱਜ ਪਹਿਲੀ ਵਾਰ ਤੇਰੇ ਜੀਵਨ ਵਿੱਚ ਅਸਲੀ ਦੁੱਖ ਪੈਦਾ ਹੋਇਆ ਹੈ। ਅਸਲ ਵਿੱਚ ਇਹੀ ਹੈ ਜੋ ਦੁੱਖ ਕਹਾਉਣ ਦੇ ਲਾਇਕ ਹੈ ਕਿ ਸਾਨੂੰ ਪਤਾ ਹੀ ਨਹੀਂ ਹੈ ਕਿ ਅਸੀਂ ਕੀ ਕਰ ਰਹੇ ਹਾਂ, ਕਿਉਂ ਹਾਂ, ਕਿਵੇਂ ਹਾਂ, ਕੌਣ ਹਾਂ ਅਸੀਂ ਅਤੇ ਅਸੀਂ ਨੇ ਕੀ ਕਰਨਾ ਹੈ। ਮੋਹਨ ਨੇ ਕਿਹਾ, ਗੁਰੂ ਜੀ, ਮੇਰੇ ਦੁੱਖਾਂ ਦਾ ਹੱਲ ਕਰੋ। ਗੁਰੂ ਜੀ ਨੇ ਕਿਹਾ ਕਿ ਅਸੀਂ ਸਾਰੇ ਜ਼ਿੰਦਗੀ ਭਰ ਕੀ ਇਕੱਠਾ ਕਰਦੇ ਰਹਿੰਦੇ ਹਾਂ। ਮੋਹਨ ਨੇ ਕਿਹਾ, ਗੁਰੂ ਜੀ, ਸਾਰੇ ਲੋਕ ਧਨ ਸੰਪਤੀ, ਮਾਨ ਸਨਮਾਨ, ਪਿਆਰ, ਪਰਿਵਾਰ, ਮਿੱਤਰ, ਦੁਸ਼ਮਣ, ਹੰਕਾਰ ਇਕੱਠਾ ਕਰਦੇ ਰਹਿੰਦੇ ਹਨ। ਗੁਰੂ ਨੇ ਕਿਹਾ ਕਿ ਕੀ ਇਹਨਾਂ ਵਿੱਚੋਂ ਕੁਝ ਵੀ ਇਕੱਠਾ ਕਰਕੇ ਅਸੀਂ ਆਪਣੇ ਨਾਲ ਲੈ ਕੇ ਜਾ ਸਕਦੇ ਹਾਂ? ਮੋਹਨ ਨੇ ਕਿਹਾ, ਨਹੀਂ ਗੁਰੂ ਜੀ, ਇਹਨਾਂ ਵਿੱਚੋਂ ਤਾਂ ਕੁਝ ਵੀ ਨਹੀਂ ਲਿਜਾ ਸਕਦੇ। ਮੇਰੇ ਮਾਤਾ-ਪਿਤਾ ਦੇ ਨਾਲ ਵੀ ਕੁਝ ਨਹੀਂ ਗਿਆ, ਸਭ ਕੁਝ ਤਾਂ ਇੱਥੇ ਹੀ ਰਹਿ ਗਿਆ। ਗੁਰੂ ਨੇ ਕਿਹਾ, ਧਿਆਨ ਨਾਲ ਸਮਝ, ਇਸ ਦੁਨੀਆ ਵਿੱਚ ਅਸੀਂ ਜਿਸ ਨੂੰ ਇਕੱਠਾ ਕਰਦੇ ਹਾਂ
ਉਸ ਨੂੰ ਅਸੀਂ ਕਦੇ ਇਕੱਠਾ ਕਰਦੇ ਹੀ ਨਹੀਂ। ਸਾਰੀਆਂ ਚੀਜ਼ਾਂ ਨੂੰ ਦੇਖਦੇ ਹਾਂ, ਪਰ ਉਸ ਨੂੰ ਦੇਖਦੇ ਹੀ ਨਹੀਂ ਜਿਸ ਨੂੰ ਅਸੀਂ ਇਕੱਠਾ ਕਰਨਾ ਹੈ। ਉਹ ਹਾਂ ਅਸੀਂ ਖੁਦ। ਅਸੀਂ ਨੇ ਇਸ ਦੁਨੀਆ ਵਿੱਚ ਆਪਣੇ ਆਪ ਨੂੰ ਇਕੱਠਾ ਕਰਨਾ ਹੈ ਤਾਂ ਕਿ ਜਦੋਂ ਸਾਡੀ ਮੌਤ ਹੋਵੇ ਤਾਂ ਅਸੀਂ ਇੱਕ ਹੋ ਸਕੀਏ ਅਤੇ ਆਪਣੇ ਆਪ ਨੂੰ ਪਹਿਚਾਣ ਸਕੀਏ। ਅਸੀਂ ਵੰਡੇ ਹੋਏ ਹਾਂ, ਪਿਆਰ ਵਿੱਚ, ਨਫ਼ਰਤ ਵਿੱਚ, ਗੁੱਸੇ ਵਿੱਚ, ਧਨ ਵਿੱਚ, ਸੰਪਤੀ ਵਿੱਚ, ਪਦਵੀ ਵਿੱਚ, ਮਾਣ ਸਨਮਾਨ ਵਿੱਚ, ਧਰਮਾਂ ਵਿੱਚ, ਜਾਤਾਂ ਵਿੱਚ, ਦੂਜਿਆਂ ਨੂੰ ਲੁੱਟਣ ਵਿੱਚ ਅਤੇ ਆਪਣੇ ਆਪ ਨੂੰ ਲੁਟਾਉਣ ਵਿੱਚ ਅਤੇ ਅਜਿਹੀਆਂ ਹੀ ਹਜ਼ਾਰਾਂ ਲੱਖਾਂ ਚੀਜ਼ਾਂ ਵਿੱਚ ਅਸੀਂ ਵੰਡੇ ਪਏ ਹਾਂ। ਅਸੀਂ ਟੁਕੜਿਆਂ ਵਿੱਚ ਜੀਵਨ ਜਿਉ ਰਹੇ ਹਾਂ। ਸਾਡੀ ਚੇਤਨਾ ਕਦੇ ਵੀ ਇੱਕ ਨਹੀਂ ਹੋ ਪਾਉਂਦੀ। ਸਾਡੀ ਊਰਜਾ ਸ਼ਕਤੀ ਬਿਖਰ ਚੁੱਕੀ ਹੈ। ਇਸੇ ਲਈ ਸਾਡੇ ਕੋਲ ਇੰਨਾ ਵੀ ਸਮਾਂ ਨਹੀਂ ਹੈ ਕਿ ਅਸੀਂ ਮੁੜ ਕੇ ਆਪਣੇ ਵੱਲ ਦੇਖ ਸਕੀਏ। ਅਸਲ ਵਿੱਚ ਜਿਹੜੇ ਲੋਕ ਪੂਰਾ ਜੀਵਨ ਦੁੱਖ ਦੁੱਖ ਕਹਿ ਕੇ ਰੋਂਦੇ ਹਨ ਅਤੇ ਉਹਨਾਂ ਦਾ ਹੱਲ ਲੱਭਦੇ ਰਹਿੰਦੇ ਹਨ, ਉਹਨਾਂ ਨੂੰ ਉਸ ਦਾ ਹੱਲ ਕਿਤੇ ਮਿਲਦਾ ਹੀ ਨਹੀਂ, ਕਿਉਂਕਿ ਜਿਨ੍ਹਾਂ ਨੂੰ ਉਹ ਦੁੱਖ ਕਹਿੰਦੇ ਹਨ ਉਹ ਦੁੱਖ ਹੈ ਹੀ ਨਹੀਂ। ਇਸੇ ਲਈ ਇੱਥੇ ਕਿਸੇ ਨੂੰ ਉਹਨਾਂ ਦੇ ਦੁੱਖਾਂ ਦਾ ਕਦੇ ਹੱਲ ਨਹੀਂ ਮਿਲਦਾ। ਉਹ ਬਸ ਇੱਕ ਪਰਿਸਥਿਤੀ ਚੋਂ ਨਿਕਲ ਕੇ ਦੂਜੀ ਪਰਿਸਥਿਤੀ ਵਿੱਚ ਫਸ ਜਾਂਦੇ ਹਨ। ਜਿਵੇਂ ਉਹ ਪਹਿਲੀ ਸਮੱਸਿਆ ਵਿੱਚ ਰੋ ਪੈਂਦੇ ਹਨ, ਉਸੇ ਤਰ੍ਹਾਂ ਉਹ ਦੂਜੀ ਸਮੱਸਿਆ ਵਿੱਚ ਰੋ ਪੈਂਦੇ ਹਨ। ਹਮੇਸ਼ਾ ਹੀ ਇੱਕ ਹੱਲ ਨਜ਼ਰ ਆਉਂਦਾ ਹੈ, ਉਹ ਹੈ ਮੌਤ, ਪਰ ਉਹ ਵੀ ਕੋਈ ਹੱਲ ਨਹੀਂ ਹੈ। ਇਸੇ ਲਈ ਇਸ ਦਾ ਜੇ ਪੱਕਾ ਹੱਲ ਕਰਨਾ ਚਾਹੁੰਦੇ ਹੋ ਤਾਂ ਖੁਦ ਨੂੰ ਇਕੱਠਾ ਕਰੋ, ਆਪਣੇ ਉੱਤੇ ਧਿਆਨ ਦਿਓ। ਮੌਤ ਤੋਂ ਪਹਿਲਾਂ ਆਪਣੇ ਆਪ ਨੂੰ ਪਹਿਚਾਨ ਲਓ। ਇਦਾਂ ਹੀ ਬਿਖਰੇ ਹੋਏ ਨਾ ਚਲੇ ਜਾਇਓ। ਮੋਹਨ ਨੇ ਕਿਹਾ ਕਿ ਗੁਰੂ ਜੀ, ਫਿਰ ਤਾਂ ਸਾਨੂੰ ਇਹ ਸੰਸਾਰ ਛੱਡ ਦੇਣਾ ਚਾਹੀਦਾ ਹੈ। ਆਪਣੀਆਂ ਇੱਛਾਵਾਂ ਮਾਰ ਲੈਣੀਆਂ ਚਾਹੀਦੀਆਂ। ਧਨ ਸੰਪਤੀ ਇਕੱਠੀ ਨਹੀਂ ਕਰਨੀ ਚਾਹੀਦੀ। ਕਿ ਸਾਨੂੰ ਇੱਥੇ ਕਿਸੇ ਨਾਲ ਪਿਆਰ ਵੀ ਨਹੀਂ ਕਰਨਾ ਚਾਹੀਦਾ। ਗੁਰੂ ਨੇ ਕਿਹਾ, ਸਾਡੇ ਵਿੱਚੋਂ ਇੱਛਾਵਾਂ, ਕਾਮਨਾਵਾਂ ਅਤੇ ਵਾਸਨਾ ਇਦਾਂ ਹੀ ਨਿਕਲਦੀ ਹੈ ਜਿਵੇਂ ਪਹਾੜ ਤੋਂ ਕੋਈ ਪੱਥਰ ਡਿੱਗ ਰਿਹਾ ਹੋਵੇ, ਜਿਸ ਉੱਤੇ ਪਹਾੜ ਦਾ ਕੋਈ ਕਾਬੂ ਹੀ ਨਹੀਂ ਹੈ ਸਿਵਾਏ ਦੇਖਣ ਦੇ ਅਤੇ ਪਰੇਸ਼ਾਨ ਹੋਣ ਦੇ। ਜਦੋਂ ਤੁਸੀਂ ਇਕੱਤਰਿਤ ਹੋ ਜਾਂਦੇ ਹੋ ਤਾਂ ਉਦੋਂ ਤੁਸੀਂ ਜੋ ਵੀ ਕਰਦੇ ਹੋ ਉਹ ਤੁਹਾਡੇ ਨਿਯੰਤਰਣ ਵਿੱਚ ਰਹਿੰਦਾ ਹੈ। ਉਦੋਂ ਇੱਛਾਵਾਂ ਵੀ ਤੁਹਾਡੀ ਇੱਛਾ ਨਾਲ ਨਿਕਲਦੀਆਂ ਹਨ। ਮੋਹਨ ਨੇ ਕਿਹਾ, ਗੁਰੂ ਜੀ, ਤੁਸੀਂ ਨੇ ਮੇਰੇ ਅਸਲੀ ਦੁੱਖ ਦਾ ਹੱਲ ਕਰ ਦਿੱਤਾ ਹੈ। ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਹੁਣ ਮੈਂ ਆਪਣੇ ਆਪ ਨੂੰ ਇਕੱਤਰਿਤ ਕਰਾਂਗਾ। ਗੁਰੂ ਜੀ, ਮਨੁੱਖੀ ਸਰੀਰ ਵਿੱਚ ਬਹੁਤ ਊਰਜਾ ਹੈ, ਬਹੁਤ ਸ਼ਕਤੀ ਹੈ, ਪਰ ਉਹ ਬੇਕਾਰ ਦੀਆਂ ਚੀਜ਼ਾਂ ਵਿੱਚ ਵੰਡੀ ਪਈ ਹੈ, ਵਿਅਰਥ ਦੀਆਂ ਚੀਜ਼ਾਂ ਵਿੱਚ ਲੱਗੀ ਰਹਿੰਦੀ ਹੈ। ਦੋਸਤੋ, ਅਕਸਰ ਅਸੀਂ ਪਰਮਾਤਮਾ ਨੂੰ ਸਵਾਲ ਕਰਦੇ ਹਾਂ ਕਿ ਸਾਡੇ ਜੀਵਨ ਵਿੱਚ ਇੰਨੇ ਦੁੱਖ ਕਿਉਂ ਹਨ, ਅਤੇ ਇਸ ਦਾ ਜਵਾਬ ਹੈ ਕਿ ਉਹ ਪਰਮਾਤਮਾ ਸਾਨੂੰ ਉਸ ਪਰਮ ਦੁੱਖ ਤੱਕ ਲਿਜਾਣਾ ਚਾਹੁੰਦਾ ਹੈ, ਉਸ ਸਭ ਤੋਂ ਵੱਡੇ ਦੁੱਖ ਤੱਕ ਲਿਜਾਣਾ ਚਾਹੁੰਦਾ ਹੈ ਜਿੱਥੇ ਸਾਨੂੰ ਪਤਾ ਲੱਗ ਸਕੇ ਕਿ ਇਨਸਾਨੀ ਆਤਮਾ ਦਾ ਅਸਲੀ ਦੁੱਖ ਕੀ ਹੈ। ਅਤੇ ਉਹ ਦੁੱਖ ਹੈ ਆਪਣੇ ਆਪ ਨੂੰ ਨਾ ਪਹਿਚਾਣ ਪਾਉਣਾ, ਆਪਣੀਆਂ ਸ਼ਕਤੀਆਂ ਨੂੰ ਨਾ ਪਹਿਚਾਣ ਪਾਉਣਾ, ਆਪਣੇ ਆਪ ਨੂੰ ਇਕੱਠਾ ਨਾ ਕਰ ਪਾਉਣਾ, ਆਪਣੇ ਆਪ ਤੇ ਕਾਬੂ ਨਾ ਕਰ ਪਾਉਣਾ। ਸਾਡੇ ਜੀਵਨ ਵਿੱਚ ਇਹੀ ਦੁੱਖ ਹੁੰਦਾ ਹੈ, ਪਰ ਇਸ ਦੁੱਖ ਨੂੰ ਨਾ ਦੇਖ ਕੇ ਅਸੀਂ ਬਾਕੀ ਸਾਰੇ ਦੁੱਖ ਦੇਖਦੇ ਹਾਂ, ਪਰ ਇਸ ਦੁੱਖ ਤੇ ਸਾਡਾ ਕਦੇ ਧਿਆਨ ਹੀ ਨਹੀਂ ਜਾਂਦਾ। ਪਰ ਅਸਲ ਵਿੱਚ ਸਾਡਾ ਧਿਆਨ ਇਸੇ ਦੁੱਖ ਵੱਲ ਜਾਣਾ ਚਾਹੀਦਾ ਹੈ, ਫਿਰ ਸਾਰੇ ਦੁੱਖਾਂ ਦਾ ਹੱਲ ਆਪਣੇ ਆਪ ਹੋ ਜਾਵੇਗਾ। ਧੰਨਵਾਦ।